प्यारे विद्यार्थियों, मैं अशीम कुमार साइंस मास्टर गवर्नमेंट मिडल ਸਕੂਲ ਘੁਮਿਆਰਾ ਡਿਸਟ੍ਰਿਕਟ ਫਰੀਦਕੋਟ ਆਪ ਸਭ ਦਾ ਸਵਾਗਤ ਕਰਦਾ ਹਾਂ। ਅੱਜ ਆਪਾਂ 7ਵੀਂ ਜਮਾਤ ਦਾ 5ਵਾਂ ਚੈਪਟਰ ਪੜਾਂਗੇ। ਚੈਪਟਰ ਦਾ ਨਾਮ ਹੈ ਤੇਜ਼ਾਬ, ਖਾਰ ਅਤੇ ਲੂਣ, ਐਸਿਡਸ, ਬੇਸਿਸ ਐਂਡ ਸਾਲਟਸ। ਇਸ ਚੈਪਟਰ ਦੇ ਵਿੱਚ ਅੱਜ ਆਪਾਂ ਅਭਿਆਸ ਦੇ ਪ੍ਰਸ਼ਨ ਉੱਤਰਾਂ ਨੂੰ ਸਮਝਾਂਗੇ। ਇਹਦੇ ਵਿੱਚ ਆਪਾਂ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ, ਇਹ ਸਾਰੇ ਪ੍ਰਸ਼ਨ ਆਪਾਂ ਇਹਦੇ ਵਿੱਚ ਅੱਜ ਸਮਝਾਂਗੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਵੈਰੀ ਸ਼ਾਰਟ ਆਨਸਰ ਟਾਈਪ ਕੁਐਸਚਨਸ। ਪਹਿਲਾ ਪ੍ਰਸ਼ਨ ਹੈ, ਸਾਡੇ ਮਿਹਦੇ ਵਿੱਚ ਕਿਹੜਾ ਤੇਜ਼ਾਬ ਨਿਕਲਦਾ ਹੈ? ਇਸ ਦਾ ਜਵਾਬ ਹੈ ਹਾਈਡਰੋਕਲੋਰਿਕ ਐਸਿਡ, HCl। ਸਾਡੇ ਮਿਹਦੇ ਵਿੱਚ ਜਿਹੜਾ ਹੈਗਾ ਇੱਕ ਤੇਜ਼ਾਬ ਬਣਦਾ ਹੈ ਜੋ ਭੋਜਨ ਦੇ ਪਾਚਨ ਦੇ ਵਿੱਚ ਮਦਦ ਕਰਦਾ ਹੈ। ਤਾਂ ਉਸ ਤੇਜ਼ਾਬ ਦਾ ਨਾਮ ਹੈ ਹਾਈਡਰੋਕਲੋਰਿਕ ਐਸਿਡ। ਵਿਚ ਐਸਿਡ ਇਜ਼ secreted in our stomach? The answer is hydrochloric acid। ਦੂਸਰਾ ਪ੍ਰਸ਼ਨ ਹੈ, ਕੋਈ ਦੋ ਐਂਟੈਸਿਡਸ ਦੇ ਨਾਂ ਲਿਖੋ। ਐਂਟੈਸਿਡਸ ਕੀ ਹੁੰਦੇ ਹੈ? ਜਦੋਂ ਅਸੀਂ ਕੋਈ ਤਲਿਆ ਹੋਇਆ ਜਾਂ ਤੇਜ਼ ਮਸਾਲੇਦਾਰ ਭੋਜਨ ਖਾ ਲੈਂਦੇ ਹਾਂ ਤਾਂ ਸਾਡੇ ਮਿਹਦੇ ਵਿੱਚ ਤੇਜ਼ਾਬ ਬਣ ਜਾਂਦਾ ਹੈ। ਉਸ ਤੇਜ਼ਾਬ ਦਾ ਜਿਹੜਾ ਤੇਜ਼ਾਬੀਪਨ ਹੈ ਉਸ ਨੂੰ ਠੀਕ ਕਰਨ ਦੇ ਲਈ ਕੁਝ ਪਦਾਰਥ ਜਿਹੜੇ ਹੈ ਵਰਤੇ ਜਾਂਦੇ ਆ, ਉਹਨਾਂ ਨੂੰ ਕਿਹਾ ਜਾਂਦਾ ਹੈ ਐਂਟੈਸਿਡਸ। ਤਾਂ ਕਿਹੜੇ ਐਂਟੈਸਿਡਸ ਹੈਗੇ ਆ? ਇੱਕ ਹੈਗਾ ਮੈਗਨੀਸ਼ੀਆ ਦਾ ਦੁੱਧ, ਮੈਗਨੀਸ਼ੀਅਮ ਹਾਈਡਰੋਕਸਾਈਡ ਕਹਿੰਦੇ ਆ ਇਸ ਨੂੰ। ਬੇਕਿੰਗ ਸੋਡਾ, ਇੰਗਲਿਸ਼ 'ਚ ਜੇ ਗੱਲ ਕਰੀਏ ਤਾਂ ਮਿਲਕ ਆਫ ਮੈਗਨੀਸ਼ੀਆ, ਮੈਗਨੀਸ਼ੀਅਮ ਹਾਈਡਰੋਕਸਾਈਡ ਤੇ ਬੇਕਿੰਗ ਸੋਡਾ। ਇਹ ਹੈਗੇ ਆ ਦੋ ਐਂਟੈਸਿਡਸ। ਅਗਲਾ ਪ੍ਰਸ਼ਨ ਹੈ, ਕੀੜੀ ਡੰਗ ਤੌਰ ਤੇ ਕਿੰਨਾ ਪਦਾਰਥਾਂ ਦੀ ਵਰਤੋਂ ਹੁੰਦੀ ਹੈ? ਕੀੜੀ ਡੰਗ ਤੌਰ ਤੇ ਕਿੰਨਾ ਪਦਾਰਥਾਂ ਦੀ ਵਰਤੋਂ ਹੁੰਦੀ ਹੈ? ਸਭ ਤੋਂ ਪਹਿਲਾਂ ਆਪਾਂ ਇਸ ਪ੍ਰਸ਼ਨ ਦਾ ਮਤਲਬ ਸਮਝੀਏ ਕਿ ਜਦੋਂ ਆਪਾਂ ਨੂੰ ਕੋਈ ਕੀੜੀ ਵਗੈਰਾ ਡੰਗ ਮਾਰ ਜਾਏ ਤਾਂ ਉਹ ਕੀੜੀ ਜਿਹੜੀ ਹੈਗੀ ਹੈ ਉਹ ਸਾਡੇ ਚਮੜੀ ਦੇ ਵਿੱਚ ਇੱਕ ਤੇਜ਼ਾਬ ਜਿਹੜੀ ਹੈਗੀ ਹੈ ਉਹ ਪਾ ਦਿੰਦੀ ਹੈ। ਕੀੜੀ ਦੇ ਡੰਗ ਵਿੱਚ ਇੱਕ ਤੇਜ਼ਾਬ ਹੁੰਦਾ ਹੈ। ਤਾਂ ਉਸ ਤੇਜ਼ਾਬ ਦਾ ਅਸਰ ਖਤਮ ਕਰਨ ਦੇ ਲਈ, ਉਸ ਨੂੰ ਉਦਾਸੀਨ ਕਰਨ ਦੇ ਲਈ ਕੁਝ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਕੀੜੀ ਡੰਗ ਪਦਾਰਥ ਕਿਹਾ ਜਾਂਦਾ ਹੈ ਜਾਂ ਆਂਟਬਾਈਟਸ ਸਬਸਟੈਂਸ ਉਹਨਾਂ ਨੂੰ ਕਿਹਾ ਜਾਂਦਾ ਹੈ। ਤੇ ਕਿਹੜੇ ਪਦਾਰਥ ਹੈਗੇ ਹੈ? ਕੈਲਾਮਿਨ ਘੋਲ ਜਿਸ ਵਿੱਚ ਜ਼ਿੰਕ ਕਾਰਬੋਨੇਟ ਹੋਵੇ, ਤੇ ਦੂਸਰਾ ਹੈਗਾ ਬੇਕਿੰਗ ਸੋਡਾ। ਠੀਕ ਹੈ ਜੀ। ਤਾਂ ਅਗਲਾ ਪ੍ਰਸ਼ਨ ਆਪਾਂ ਹੁਣ ਦੇਖਦੇ ਹਾਂ, ਦੋ ਸਿਟਰਿਕ ਫਲਾਂ ਦੇ ਨਾਂ ਦੱਸੋ। ਨੇਮ ਟੂ ਸਿਟਰਸ ਫਰੂਟਸ। ਹੁਣ ਇਹ ਸਿਟਰਿਕ ਫਲ ਜਾਂ ਸਿਟਰਸ ਫਰੂਟਸ ਕਿਹੜੇ ਹੁੰਦੇ ਹੈ? ਇਹ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਸਿਟਰਿਕ ਐਸਿਡ ਮੌਜੂਦ ਹੁੰਦਾ ਹੈ, ਯਾਨੀ ਕਿ ਇਹਨਾਂ ਦਾ ਸੁਭਾਅ ਖੱਟਾ ਹੁੰਦਾ ਹੈ, ਜਿਵੇਂ ਕਿ ਨਿੰਬੂ, ਸੰਤਰਾ। ਇਹਨਾਂ ਦੇ ਵਿੱਚ ਸਿਟਰਿਕ ਐਸਿਡ ਹੁੰਦਾ ਹੈ, ਇਸ ਲਈ ਇਹਨਾਂ ਨੂੰ ਸਿਟਰਸ ਫਰੂਟ ਜਾਂ ਸਿਟਰਿਕ ਫਲ ਇਹਨਾਂ ਨੂੰ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਉਦਯੋਗਿਕ ਤੇਜ਼ਾਬੀ ਵਿਅਰਥ ਪਦਾਰਥਾਂ ਦੇ ਉਪਚਾਰ ਦੀ ਕੀ ਲੋੜ ਹੈ? ਜਿਹੜੇ ਉਦਯੋਗ ਹੈਗੇ ਹੈ, ਉਦਯੋਗਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਅਰਥ ਪਦਾਰਥ ਪੈਦਾ ਹੁੰਦੇ ਹੈ ਜਿਨ੍ਹਾਂ ਦਾ ਸੁਭਾਅ ਤੇਜ਼ਾਬੀ ਹੁੰਦਾ ਹੈ। ਇਹ ਵਿਅਰਥ ਪਦਾਰਥ ਜੇ ਇਹਨਾਂ ਦੇ ਉਪਚਾਰ ਦੀ ਜ਼ਰੂਰਤ ਹੁੰਦੀ ਹੈ। ਕਿਉਂ ਲੋੜ ਹੁੰਦੀ ਹੈ? ਕਿਉਂਕਿ ਜੇ ਇਹਨਾਂ ਤੇਜ਼ਾਬੀ ਪਦਾਰਥਾਂ ਦਾ, ਵਿਅਰਥ ਪਦਾਰਥਾਂ ਦਾ ਉਪਚਾਰ ਨਾ ਕੀਤਾ ਜਾਵੇ ਤਾਂ ਜਦੋਂ ਇਹਨਾਂ ਨੂੰ ਫੈਕਟਰੀਆਂ ਦੇ ਵਿੱਚੋਂ ਬਾਹਰ ਵਹਾਇਆ ਜਾਂਦਾ ਹੈ ਤਾਂ ਇਹ ਪਦਾਰਥ ਪਾਣੀ ਦੇ ਸਰੋਤਾਂ ਦੇ ਵਿੱਚ ਰਲ ਜਾਂਦੇ ਹੈ, ਜਿਸ ਕਾਰਨ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈ ਤੇ ਜਲ ਜੀਵਨ ਨੂੰ ਬਹੁਤ ਜ਼ਿਆਦਾ ਹਾਨੀ ਪਹੁੰਚਦੀ ਹੈ। ਇਸ ਲਈ ਇਹਨਾਂ ਉਦਯੋਗਿਕ ਪਦਾਰਥਾਂ ਦੇ ਉਪਚਾਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਜੋ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਇਹੀ ਆਪਣਾ ਜਿਹੜਾ ਹੈਗਾ ਪ੍ਰਸ਼ਨ ਹੈਗਾ। ਇੰਗਲਿਸ਼ 'ਚ ਗੱਲ ਕਰੀਏ ਤਾਂ ਵਾਈ ਇਜ਼ ਇਟ ਅਸੈਂਸ਼ੀਅਲ ਟੂ ਟਰੀਟ ਇੰਡਸਟਰੀਅਲ ਐਸਿਡਿਕ ਵੇਸਟ ਮਟੀਰੀਅਲਸ? ਇਫ ਇੰਡਸਟਰੀਅਲ ਐਸਿਡਿਕ ਵੇਸਟ ਮਟੀਰੀਅਲਸ are disposed of without treatment, then these will destroy aquatic life। ਤੇ ਜਲ ਜੀਵਨ ਨੂੰ ਬਹੁਤ ਜ਼ਿਆਦਾ ਹਾਨੀ ਪਹੁੰਚਾਉਣਗੇ ਜੇਕਰ ਇਹਨਾਂ ਦਾ ਉਪਚਾਰ ਕੀਤੇ ਬਿਨਾਂ, ਇਹਨਾਂ ਦਾ ਟ੍ਰੀਟਮੈਂਟ ਕੀਤੇ ਬਿਨਾਂ ਇਹਨਾਂ ਨੂੰ ਸਿੱਧਾ ਹੀ ਸੁੱਟ ਦਿੱਤਾ ਜਾਵੇ। ਹੁਣ ਆਪਾਂ ਕਰਾਂਗੇ
ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਸ਼ਾਰਟ ਆਨਸਰ ਕੁਐਸਚਨਸ। ਇਹਦੇ 'ਚ ਆਪਣਾ ਪਹਿਲਾ ਪ੍ਰਸ਼ਨ ਹੈ, ਲਿਟਮਸ ਦਾ ਘੋਲ ਕਿਹੜੇ ਸਰੋਤ ਤੋਂ ਪ੍ਰਾਪਤ ਕੀਤਾ ਜਾਂਦਾ ਹੈ? ਇਸ ਘੋਲ ਦੀ ਕੀ ਵਰਤੋਂ ਹੁੰਦੀ ਹੈ? ਤਾਂ ਲਿਟਮਸ ਦਾ ਘੋਲ ਲਾਈਕੇਨਸ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਹ ਜਾਮਨੀ ਰੰਗ ਦਾ ਹੁੰਦਾ ਹੈ। ਇਸ ਦਾ ਜਾਮਨੀ ਰੰਗ ਤੇਜ਼ਾਬੀ ਘੋਲ ਵਿੱਚ ਘੁਲਣ 'ਤੇ ਲਾਲ ਹੋ ਜਾਂਦਾ ਹੈ ਅਤੇ ਖਾਰੀ ਘੋਲ ਵਿੱਚ ਘੁਲਣ 'ਤੇ ਨੀਲਾ ਹੋ ਜਾਂਦਾ ਹੈ। ਇਹ ਘੋਲ ਜਾਂ ਕਾਗਜ਼ ਦੀਆਂ ਪੱਟੀਆਂ ਦੇ ਰੂਪ ਵਿੱਚ ਮਿਲਦਾ ਹੈ। ਇਹ ਆਮ ਤੌਰ 'ਤੇ ਲਾਲ ਅਤੇ ਨੀਲੇ ਰੰਗ ਵਿੱਚ ਮਿਲਦਾ ਹੈ। ਇਸ ਦੀ ਵਰਤੋਂ ਤੇਜ਼ਾਬਾਂ ਅਤੇ ਖਾਰਾਂ ਦੀ ਪਰਖ ਕਰਨ ਲਈ ਕੁਦਰਤੀ ਸੂਚਕ ਵਜੋਂ ਕੀਤੀ ਜਾਂਦੀ ਹੈ। ਤਾਂ ਇਹ ਜਿਹੜਾ ਲਿਟਮਸ ਹੈ ਲਾਈਕੇਨਸ ਤੋਂ ਪ੍ਰਾਪਤ ਹੁੰਦਾ ਹੈ। ਲਾਈਕੇਨਸ ਜਿਹੜੇ ਹੈਗੇ ਆ ਇਹ ਉੱਲੀ ਅਤੇ ਕਾਈ ਤੋਂ ਮਿਲ ਕੇ ਬਣਦੇ ਹੈ। ਉੱਲੀ ਅਤੇ ਕਾਈ ਤੋਂ ਮਿਲ ਕੇ ਬਣਦੇ ਹੈ। ਜਿਹੜਾ ਇਹ ਘੋਲ ਹੈ ਲਿਟਮਸ ਦਾ ਘੋਲ, ਇਹ ਜਾਮਨੀ ਰੰਗ ਦਾ ਹੁੰਦਾ ਹੈ ਅਤੇ ਤੇਜ਼ਾਬ ਇਹਦੇ ਵਿੱਚ ਪਾਉਣ 'ਤੇ ਇਸ ਦਾ ਰੰਗ ਲਾਲ ਹੋ ਜਾਂਦਾ ਹੈ। ਖਾਰ ਇਸ ਵਿੱਚ ਪਾਉਣ 'ਤੇ ਇਹਦਾ ਰੰਗ ਨੀਲਾ ਹੋ ਜਾਂਦਾ ਹੈ। ਪਰੰਤੂ ਆਪਣੀਆਂ ਜਿਹੜੀਆਂ ਸਾਇੰਸ ਦੀਆਂ ਪ੍ਰਯੋਗਸ਼ਾਲਾ ਹੈਗੀਆਂ ਉਹਨਾਂ ਦੇ ਵਿੱਚ ਪ੍ਰਯੋਗ ਕਰਨ ਦੇ ਲਈ ਆਪਾਂ ਨੂੰ ਜਿਹੜਾ ਲਿਟਮਸ ਪ੍ਰਾਪਤ ਹੁੰਦਾ ਹੈ, ਜਿਹੜਾ ਲਿਟਮਸ ਆਪਣੇ ਕੋਲੇ ਮੌਜੂਦ ਹੁੰਦਾ ਹੈ, ਉਹ ਆਮ ਤੌਰ 'ਤੇ ਘੋਲ ਜਾਂ ਕਾਗਜ਼ ਦੀਆਂ ਪੱਟੀਆਂ ਦੇ ਰੂਪ ਵਿੱਚ ਹੁੰਦਾ ਹੈ ਅਤੇ ਇਹ ਕਾਗਜ਼ ਦੀਆਂ ਪੱਟੀਆਂ ਜਾਂ ਘੋਲ ਲਾਲ ਅਤੇ ਨੀਲੇ ਰੰਗ ਵਿੱਚ ਮਿਲਦੇ ਹਨ। ਇਸ ਲਿਟਮਸ ਦੀ ਵਰਤੋਂ ਕਿਸੇ ਵੀ ਪਦਾਰਥ ਦਾ ਸੁਭਾਅ ਜਾਣਨ ਦੇ ਲਈ ਕੀਤੀ ਜਾਂਦੀ ਹੈ ਕਿ ਉਸ ਦਾ ਸੁਭਾਅ ਤੇਜ਼ਾਬੀ ਹੈ ਜਾਂ ਖਾਰੀ ਹੈ, ਅਤੇ ਇਹ ਇੱਕ ਕੁਦਰਤੀ ਸੂਚਕ ਹੈ ਕਿਉਂਕਿ ਇਹ ਕੁਦਰਤ ਤੋਂ ਪ੍ਰਾਪਤ ਹੁੰਦਾ ਹੈ। ਦੂਸਰਾ ਆਪਣਾ ਜਿਹੜਾ ਪ੍ਰਸ਼ਨ ਹੈਗਾ ਉਹ ਇਹ ਹੈਗਾ ਕਿ ਕਸ਼ੀਦਤ ਪਾਣੀ ਤੇਜ਼ਾਬੀ, ਖਾਰੀ ਜਾਂ ਉਦਾਸੀਨ ਹੁੰਦਾ ਹੈ? ਤੁਸੀਂ ਇਸ ਦੀ ਪੁਸ਼ਟੀ ਕਿਵੇਂ ਕਰੋਗੇ? ਕਸ਼ੀਦਤ ਪਾਣੀ ਉਦਾਸੀਨ ਹੁੰਦਾ ਹੈ। ਉਦਾਸੀਨ ਦਾ ਮਤਲਬ ਕਿ ਨਾ ਤਾਂ ਇਹ ਤੇਜ਼ਾਬੀ ਹੁੰਦਾ ਹੈ ਅਤੇ ਨਾ ਹੀ ਇਹ ਖਾਰੀ ਹੁੰਦਾ ਹੈ। ਇਸ ਦੀ ਪੁਸ਼ਟੀ ਕਰਨ ਦੇ ਲਈ ਅਸੀਂ ਲਿਟਮਸ ਦੀ ਵਰਤੋਂ ਕਰਦੇ ਹਾਂ। ਲਿਟਮਸ ਦੇ ਨਾਲ ਇਸ ਨੂੰ ਆਪਾਂ ਪਤਾ ਲਗਾ ਸਕਦੇ ਹਾਂ ਕਿਉਂਕਿ ਨੀਲੇ ਜਾਂ ਲਾਲ ਲਿਟਮਸ ਦੇ ਉੱਪਰ ਉਦਾਸੀਨ ਪਦਾਰਥ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਇਸ ਲਈ ਕਸ਼ੀਦਤ ਪਾਣੀ ਜੇਕਰ ਆਪਾਂ ਨੀਲੇ ਅਤੇ ਲਾਲ ਲਿਟਮਸ ਦੇ ਉੱਪਰ ਪਾਵਾਂਗੇ ਤਾਂ ਲਿਟਮਸ ਦੇ ਉੱਪਰ ਇਸ ਦਾ ਕੋਈ ਪ੍ਰਭਾਵ ਨਹੀਂ ਪਏਗਾ। ਇਸ ਦੀ ਪੁਸ਼ਟੀ ਅਸੀਂ ਲਿਟਮਸ ਦੇ ਨਾਲ ਕਰਾਂਗੇ। ਅਗਲਾ ਪ੍ਰਸ਼ਨ ਹੈ ਆਪਣਾ, ਉਦਾਸੀਨੀਕਰਨ ਪ੍ਰਕਿਰਿਆ ਨੂੰ ਉਦਾਹਰਨ ਸਹਿਤ ਸਮਝਾਓ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਉਦਾਸੀਨੀਕਰਨ ਪ੍ਰਕਿਰਿਆ ਹੁੰਦੀ ਕੀ ਹੈ। ਇੱਕ ਤੇਜ਼ਾਬ ਅਤੇ ਇੱਕ ਖਾਰ ਦੇ ਵਿਚਕਾਰ ਹੋਣ ਵਾਲੀ ਪ੍ਰਤੀਕਿਰਿਆ ਨੂੰ ਉਦਾਸੀਨੀਕਰਨ ਪ੍ਰਤੀਕਿਰਿਆ ਕਹਿੰਦੇ ਹਨ। ਇਸ ਪ੍ਰਤੀਕਿਰਿਆ ਵਿੱਚ ਤਾਪ ਦੇ ਨਿਕਾਸ ਨਾਲ ਲੂਣ ਅਤੇ ਪਾਣੀ ਦਾ ਉਤਪਾਦਨ ਹੁੰਦਾ ਹੈ। ਜਦੋਂ ਵੀ ਤੇਜ਼ਾਬ ਤੇ ਖਾਰ ਨੂੰ ਆਪਸ ਦੇ ਵਿੱਚ ਮਿਲਾਇਆ ਜਾਂਦਾ ਹੈ ਤਾਂ ਉਹਨਾਂ ਵਿੱਚ ਜਿਹੜੀ ਪ੍ਰਤੀਕਿਰਿਆ ਹੁੰਦੀ ਹੈ, ਜੋ ਉਹਨਾਂ ਦੇ ਵਿੱਚ ਰਸਾਇਣਿਕ ਕਿਰਿਆ ਹੁੰਦੀ ਹੈ, ਉਸ ਨੂੰ ਉਦਾਸੀਨੀਕਰਨ ਪ੍ਰਕਿਰਿਆ ਕਿਹਾ ਜਾਂਦਾ ਹੈ। ਅਤੇ ਇਸ ਪ੍ਰਕਿਰਿਆ ਦੇ ਵਿੱਚ ਲੂਣ ਅਤੇ ਪਾਣੀ ਦਾ ਉਤਪਾਦਨ ਹੁੰਦਾ ਹੈ, ਨਾਲ ਹੀ ਇਸ ਦੇ ਵਿੱਚ ਤਾਪ ਦਾ ਨਿਕਾਸ ਹੁੰਦਾ ਹੈ। ਇਸ ਦੀ ਜੇ ਉਦਾਹਰਨ ਲਈਏ ਤਾਂ HCl plus NaOH, ਇਸ ਤੋਂ ਬਣਦਾ ਕੀ ਹੈ NaCl, H2O ਅਤੇ ਤਾਪ। HCl ਕੀ ਹੈਗਾ? ਹਾਈਡਰੋਕਲੋਰਿਕ ਐਸਿਡ। NaOH ਸੋਡੀਅਮ ਹਾਈਡਰੋਕਸਾਈਡ। NaCl ਸੋਡੀਅਮ ਕਲੋਰਾਈਡ ਜੋ ਕਿ ਸਧਾਰਨ ਲੂਣ ਹੁੰਦਾ ਹੈ। H2O ਪਾਣੀ। ਤਾਂ ਇਹ ਜਦੋਂ ਵੀ HCl ਅਤੇ NaOH ਨੂੰ ਆਪਸ 'ਚ ਮਿਲਾਇਆ ਜਾਂਦਾ ਹੈ ਤਾਂ ਉਸ ਤੋਂ NaCl ਯਾਨੀ ਕਿ ਸੋਡੀਅਮ ਕਲੋਰਾਈਡ ਪ੍ਰਾਪਤ ਹੁੰਦਾ ਹੈ, ਨਾਲ ਪਾਣੀ ਦਾ ਉਤਪਾਦਨ ਹੁੰਦਾ ਹੈ ਅਤੇ ਤਾਪ ਦਾ ਨਿਕਾਸ ਹੁੰਦਾ ਹੈ। ਇਹ ਪ੍ਰਕਿਰਿਆ ਤਾਂ ਅਸੀਂ ਪ੍ਰਯੋਗਸ਼ਾਲਾ ਵਿੱਚ ਕਰਦੇ ਹਾਂ, ਪਰੰਤੂ ਆਪਾਂ ਉਦਾਸੀਨੀਕਰਨ ਦੀ ਪ੍ਰਕਿਰਿਆ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਵਿੱਚ ਵੀ ਕਰਕੇ ਦੇਖ ਸਕਦੇ ਹਾਂ। ਤੁਸੀਂ ਇੱਕ ਹਲਦੀ ਦਾ ਇੱਕ ਪੇਪਰ ਜਿਹੜਾ ਹੈਗਾ ਤਿਆਰ ਕਰੋ। ਹਲਦੀ ਪੇਪਰ ਕਿਵੇਂ ਤਿਆਰ ਕਰਨਾ ਹੈ? ਹਲਦੀ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਦਾ ਪੇਸਟ ਬਣਾ ਲਓ ਅਤੇ ਉਸ ਪੇਸਟ ਨੂੰ ਇੱਕ ਕਾਗਜ਼ ਦੇ ਉੱਪਰ ਲਗਾ ਦਿਓ। ਥੋੜ੍ਹੀ ਦੇਰ 'ਚ ਜਦੋਂ ਉਹ ਪੇਸਟ ਸੁੱਕ ਜਾਊਗਾ ਤਾਂ ਉਸ ਦੇ ਉੱਪਰ ਕੱਪੜੇ ਧੋਣ ਵਾਲੇ ਸਾਬਣ ਦੇ ਘੋਲ ਦੀਆਂ ਕੁਝ ਬੂੰਦਾਂ ਪਾਓ। ਜੋ ਖਾਰ ਹੈ ਉਹ ਹਲਦੀ ਪੇਪਰ ਨੂੰ ਲਾਲ ਕਰ ਦੇਵੇਗਾ। ਉਸ ਦੇ ਉੱਪਰ ਲਾਲ ਧੱਬੇ ਜਿਹੜੇ ਹੈ ਪੈ ਜਾਣਗੇ ਜਿੱਥੇ ਵੀ ਆਪਾਂ ਸਾਬਣ ਦੇ ਘੋਲ ਦੀਆਂ ਬੂੰਦਾਂ ਪਾਵਾਂਗੇ।
ਹੁਣ ਉਹਨਾਂ ਲਾਲ ਧੱਬਿਆਂ ਦੇ ਉੱਪਰ ਨਿੰਬੂ ਦਾ ਰਸ ਲਗਾ ਦਿਓ। ਅਸੀਂ ਦੇਖਾਂਗੇ ਕਿ ਲਾਲ ਰੰਗ ਵਾਪਸ ਪੀਲਾ ਹੋ ਜਾਂਦਾ ਹੈ। ਤਾਂ ਇਹ ਵੀ ਇੱਕ ਉਦਾਸੀਨੀਕਰਨ ਪ੍ਰਕਿਰਿਆ ਹੈ, ਕਿਉਂਕਿ ਨਿੰਬੂ ਦਾ ਰਸ ਤੇਜ਼ਾਬੀ ਹੈ ਤੇ ਸਾਬਣ ਦਾ ਘੋਲ ਖਾਰੀ ਹੈ। ਖਾਰੀ ਘੋਲ ਦੇ ਪ੍ਰਭਾਵ ਨੂੰ ਤੇਜ਼ਾਬ ਨੇ ਉਦਾਸੀਨ ਕਰ ਦਿੱਤਾ। ਇਹ ਪ੍ਰਕਿਰਿਆ ਤੁਸੀਂ ਆਸਾਨੀ ਨਾਲ ਆਪਣੇ ਘਰੇ ਕਰਕੇ ਦੇਖ ਸਕਦੇ ਹੋ ਤੇ ਸਾਰਿਆਂ ਨੇ ਇਹ ਪ੍ਰਕਿਰਿਆ ਜ਼ਰੂਰ ਕਰਕੇ ਦੇਖਣੀ ਹੈ। ਇਸ ਪ੍ਰਕਿਰਿਆ ਨੂੰ ਯਾਦ ਰੱਖਣਾ। ਆਪਾਂ ਇਸ ਦੇ ਬਾਰੇ ਆਖਰੀ ਪ੍ਰਸ਼ਨ ਦੇ ਵਿੱਚ ਇੱਕ ਵਾਰ ਫਿਰ ਗੱਲ ਕਰਾਂਗੇ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਕਿਸੇ ਦੋ ਆਮ ਤੇਜ਼ਾਬਾਂ ਅਤੇ ਦੋ ਆਮ ਖਾਰਾਂ ਦੇ ਨਾਂ ਦੱਸੋ। ਆਮ ਤੇਜ਼ਾਬ ਤੇ ਆਮ ਖਾਰ ਦਾ ਮਤਲਬ ਜੋ ਸਾਨੂੰ ਸਾਡੇ ਘਰੇ ਆਸਾਨੀ ਨਾਲ ਮਿਲ ਜਾਂਦੇ ਹਨ, ਆਮ ਹੀ। ਤਾਂ ਆਮ ਤੇਜ਼ਾਬ ਕਿਹੜੇ ਹੈਗੇ ਆ ਜੀ? ਸਿਰਕਾ, ਨਿੰਬੂ ਦਾ ਰਸ। ਤੇ ਖਾਰ ਹੈਗੇ ਆ ਬੇਕਿੰਗ ਸੋਡਾ, ਸਾਬਣ ਦਾ ਘੋਲ। ਨੇਮ ਐਨੀ 2 ਕਾਮਨ ਐਸਿਡਸ ਐਂਡ 2 ਕਾਮਨ ਬੇਸਿਸ। ਕਾਮਨ ਐਸਿਡਸ ਕਿਹੜੇ ਆ? ਵਿਨੇਗਰ, ਲੈਮਨ ਜੂਸ। ਕਾਮਨ ਬੇਸ ਕਿਹੜੇ ਆ ਜੀ? ਬੇਕਿੰਗ ਸੋਡਾ, ਸੋਪ ਸੋਲੂਸ਼ਨ। ਅਗਲਾ ਪ੍ਰਸ਼ਨ ਹੈ, ਸੂਚਕ ਕਿਸ ਨੂੰ ਕਹਿੰਦੇ ਹਨ? ਇਸ ਦੀਆਂ ਕਿਸਮਾਂ ਦੇ ਨਾਂ ਦੱਸੋ ਅਤੇ ਹਰੇਕ ਦੀਆਂ 2 ਉਦਾਹਰਨਾਂ ਦਿਓ। ਸਭ ਤੋਂ ਪਹਿਲਾਂ ਸੂਚਕ ਦੀ ਗੱਲ ਕਰਦੇ ਹਾਂ। ਕੁਝ ਖਾਸ ਕਿਸਮ ਦੇ ਪਦਾਰਥ ਜਿਨ੍ਹਾਂ ਦੀ ਵਰਤੋਂ ਤੇਜ਼ਾਬ ਅਤੇ ਖਾਰ ਦੀ ਪਰਖ ਕਰਨ ਲਈ ਕੀਤੀ ਜਾਂਦੀ ਹੈ, ਸੂਚਕ ਅਖਵਾਉਂਦੇ ਹਨ। ਕੁਝ ਇਸ ਤਰ੍ਹਾਂ ਦੇ ਪਦਾਰਥ ਹੈਗੇ ਆ, ਜਿਵੇਂ ਕਿ ਆਪਾਂ ਹੁਣੇ ਪਹਿਲਾਂ ਪਿਛਲੇ ਪ੍ਰਸ਼ਨਾਂ ਦੇ ਵਿੱਚ ਗੱਲ ਕੀਤੀ ਹੈ ਲਿਟਮਸ ਦੀ। ਤਾਂ ਇਸ ਤਰ੍ਹਾਂ ਦੇ ਕੁਝ ਪਦਾਰਥ ਹੈਗੇ ਆ ਜਿਹੜੇ ਕਿ ਤੇਜ਼ਾਬ ਤੇ ਖਾਰ ਦੀ ਪਰਖ ਕਰਨ ਲਈ ਵਰਤੇ ਜਾਂਦੇ ਹੈ। ਆਪਾਂ ਨੂੰ ਕੋਈ ਵੀ ਪਦਾਰਥ ਦਿੱਤਾ ਹੋਵੇ, ਆਪਾਂ ਉਸ ਦੀ ਜੇ ਪਰਖ ਕਰਨੀ ਹੋਵੇ ਕਿ ਉਹ ਪਦਾਰਥ ਤੇਜ਼ਾਬੀ ਹੈ ਜਾਂ ਖਾਰੀ ਹੈ, ਤਾਂ ਇਹ ਪਤਾ ਲਗਾਉਣ ਲਈ ਆਪਾਂ ਇਹਨਾਂ ਕੁਝ ਵਿਸ਼ੇਸ਼ ਪਦਾਰਥਾਂ ਦੀ ਵਰਤੋਂ ਕਰਦੇ ਹਾਂ। ਇਹਨਾਂ ਨੂੰ ਸੂਚਕ ਕਿਹਾ ਜਾਂਦਾ ਹੈ। ਸੂਚਕ ਜਿਹੜੇ ਹੈਗੇ ਆ 2 ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦੇ ਆ ਕੁਦਰਤੀ ਸੂਚਕ, ਇੱਕ ਹੁੰਦੇ ਆ ਸੰਸਲਿਸ਼ਟ ਸੂਚਕ। ਕੁਦਰਤੀ ਸੂਚਕ ਕਿਹੜੇ ਹੈ? ਲਿਟਮਸ, ਹਲਦੀ। ਤੇ ਸੰਸਲਿਸ਼ਟ ਸੂਚਕ ਕਿਹੜੇ ਹੈ? ਫਿਨੋਲ ਫਥੈਲੀਨ, ਮਿਥਾਈਲ ਔਰੇਂਜ। ਜਿਹੜੇ ਕੁਦਰਤੀ ਸੂਚਕ ਹੈ ਕੁਦਰਤੀ ਪਦਾਰਥਾਂ ਤੋਂ ਪ੍ਰਾਪਤ ਹੁੰਦੇ ਆ, ਤੇ ਸੰਸਲਿਸ਼ਟ ਸੂਚਕ ਜਿਹੜੇ ਹੈਗੇ ਆ ਇਹ ਰਸਾਇਣਾਂ ਤੋਂ ਤਿਆਰ ਕੀਤੇ ਜਾਂਦੇ ਆ, ਮਨੁੱਖ ਦੁਆਰਾ ਬਣਾਏ ਗਏ ਸੂਚਕ ਹੈਗੇ ਆ। ਹੁਣ ਆਪਾਂ ਗੱਲ ਕਰਾਂਗੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਤਾਂ ਇਹਦੇ ਵਿੱਚ ਆਪਣਾ ਪਹਿਲਾ ਪ੍ਰਸ਼ਨ ਹੈਗਾ, ਤੇਜ਼ਾਬ ਅਤੇ ਖਾਰਾਂ ਵਿੱਚ ਅੰਤਰ ਲਿਖੋ। ਸਟੇਟ ਡਿਫਰੈਂਸਿਸ ਬਿਟਵੀਨ ਐਸਿਡਸ ਐਂਡ ਬੇਸਿਸ। ਇਹ ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੈ। ਇਸ ਪ੍ਰਸ਼ਨ ਨੂੰ ਧਿਆਨ ਨਾਲ ਸਮਝ ਲੈਣਾ ਹੈ। ਇਹ ਅੱਗੇ ਵੱਡੀਆਂ ਕਲਾਸਾਂ ਦੇ ਵਿੱਚ ਵੀ ਆਉਂਦਾ ਹੈ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਸਮਝ ਕੇ ਯਾਦ ਵੀ ਕਰ ਲੈਣਾ ਹੈ। ਤੇ ਸਭ ਤੋਂ ਪਹਿਲਾਂ ਇੱਕ ਗੱਲ ਧਿਆਨ ਰੱਖਣੀ ਹੈ ਕਿ ਜਦੋਂ ਵੀ ਆਪਾਂ ਪੇਪਰ ਦੇ ਵਿੱਚ ਅੰਤਰ ਵਾਲਾ ਪ੍ਰਸ਼ਨ ਜਿਹੜਾ ਹੈਗਾ ਲਿਖਣਾ ਹੈ, ਕੋਈ ਵੀ 2 ਆਪਾਂ ਨੂੰ ਚੀਜ਼ਾਂ ਦੇ ਵਿੱਚ ਅੰਤਰ ਪੁੱਛਿਆ ਗਿਆ ਹੋਵੇ, ਤਾਂ ਅੰਤਰ ਵਾਲੇ ਪ੍ਰਸ਼ਨ ਨੂੰ ਆਪਾਂ ਹਮੇਸ਼ਾ ਵਿਚਾਲੇ ਲਾਈਨ ਲਗਾ ਕੇ ਤੇ ਆਮਣੇ ਸਾਹਮਣੇ ਉਹਨਾਂ ਦੇ ਪੁਆਇੰਟ ਲਿਖ ਕੇ ਲਿਖਣਾ ਹੈ। ਕਈ ਵਾਰੀ ਦੇਖਣ 'ਚ ਆਉਂਦਾ ਹੈ ਕਿ ਕੁਝ ਵਿਦਿਆਰਥੀ ਪਹਿਲਾਂ ਤੇਜ਼ਾਬਾਂ ਦੇ ਪੁਆਇੰਟ ਲਿਖ ਦਿੰਦੇ ਆ, ਫਿਰ ਉਸ ਤੋਂ ਬਾਅਦ ਖਾਰ ਦੇ ਪੁਆਇੰਟ ਲਿਖ ਦਿੰਦੇ ਆ। ਤਾਂ ਉਹ ਤਰੀਕਾ ਜਿਹੜਾ ਹੈਗਾ ਉਹ ਸਹੀ ਨਹੀਂ ਹੈ। ਆਪਾਂ ਅੰਤਰ ਨੂੰ ਦਰਸਾਉਣਾ ਹੈ, ਤਾਂ ਅੰਤਰ ਨੂੰ ਦਰਸਾਉਣ ਦਾ ਸਹੀ ਤਰੀਕਾ ਇਹੀ ਹੈ ਕਿ ਵਿਚਕਾਰ ਇੱਕ ਲਾਈਨ ਲਗਾ ਕੇ ਔਰ ਹਰ ਪੁਆਇੰਟ ਦੇ ਸਾਹਮਣੇ ਉਸ ਦਾ ਜਿਹੜਾ ਹੈਗਾ ਉਲਟ ਪੁਆਇੰਟ ਜਿਹੜਾ ਹੈਗਾ ਉਹ ਆਪੋਜ਼ਿਟ ਪੁਆਇੰਟ ਉਹਦੇ ਸਾਹਮਣੇ ਹੀ ਲਿਖਿਆ ਜਾਵੇ। ਤਾਂ ਇਹ ਇਹਦਾ ਇੱਕ ਸਹੀ ਤਰੀਕਾ ਹੈ। ਸਾਰਿਆਂ ਨੇ ਇਸ ਗੱਲ ਦਾ ਖਾਸ ਖਿਆਲ ਰੱਖਣਾ ਹੈ ਕਿ ਜਦੋਂ ਵੀ ਕੋਈ ਅੰਤਰ ਵਾਲਾ ਪ੍ਰਸ਼ਨ ਤੁਹਾਨੂੰ ਕਰਨ ਨੂੰ ਦਿੱਤਾ ਜਾਏਗਾ, ਤਾਂ ਤੁਸੀਂ ਉਸ ਪ੍ਰਸ਼ਨ ਨੂੰ ਹਮੇਸ਼ਾ ਵਿਚਾਲੇ ਲਾਈਨ ਲਗਾ ਕੇ ਹੀ ਕਰਨਾ ਹੈ। ਤਾਂ ਆਓ ਆਪਾਂ ਇਹਦਾ ਅੰਤਰ ਦੇਖੀਏ। ਸਭ ਤੋਂ ਪਹਿਲਾਂ ਤੇਜ਼ਾਬ ਵਾਲੇ ਪਾਸੇ ਦੇਖਦੇ ਹਾਂ। ਇਹ ਸਵਾਦ ਵਿੱਚ ਖੱਟੇ ਹੁੰਦੇ ਹਨ ਤੇ ਖਾਰ ਜਿਹੜੇ ਹੈਗੇ ਆ ਇਹ ਸਵਾਦ ਵਿੱਚ ਕੌੜੇ ਹੁੰਦੇ ਹਨ। ਇੰਗਲਿਸ਼ 'ਚ ਗੱਲ ਕਰੀਏ ਤਾਂ ਤੇਜ਼ਾਬ ਵਾਲੇ ਪਾਸੇ these are sour in taste ਤੇ ਖਾਰ ਵਾਲੇ ਪਾਸੇ these are bitter in taste। ਸਵਾਦ ਜਿਹੜਾ ਹੈਗਾ ਤੇਜ਼ਾਬਾਂ ਦਾ ਖੱਟਾ ਹੁੰਦਾ ਹੈ। ਇਸੇ ਕਰਕੇ ਆਪਾਂ
ਜਿਹੜੇ ਉਦਾਹਰਨ ਦਿੱਤੀ ਸੀਗੀ ਸਿਟਰਸ ਫਰੂਟ ਦੀ, ਉਹਦੇ ਵਿੱਚ ਆਪਾਂ ਨਿੰਬੂ, ਸੰਤਰਾ, ਇਹਨਾਂ ਦੀ ਆਪਾਂ ਗੱਲ ਕੀਤੀ ਸੀ। ਇਹਨਾਂ ਦੇ ਵਿੱਚ ਤੇਜ਼ਾਬ ਹੁੰਦਾ ਹੈ ਤਾਂ ਇਹ ਖੱਟੇ ਹੁੰਦੇ ਹੈ। ਇਸੇ ਤਰ੍ਹਾਂ ਹੀ ਜਿਹੜੇ ਖਾਰ ਹੁੰਦੇ ਹੈ, ਜਿਵੇਂ ਸਾਬਣ ਦਾ ਘੋਲ ਹੈ, ਸਾਬਣ ਜੇ ਕਈ ਵਾਰੀ ਨਹਾਉਂਦੇ ਹੋਏ ਸਾਡੇ ਮੂੰਹ ਦੇ ਵਿੱਚ ਚਲੀ ਜਾਵੇ ਤਾਂ ਮੂੰਹ ਦੇ ਵਿੱਚ ਕੌੜਾਪਨ ਮਹਿਸੂਸ ਹੁੰਦਾ ਹੈ। ਤਾਂ ਸਾਬਣ ਜਿਹੜਾ ਹੈਗਾ ਉਹ ਖਾਰਾ ਹੁੰਦਾ ਹੈ, ਇਸ ਕਰਕੇ ਉਹਦਾ ਸੁਭਾਅ ਜਿਹੜਾ ਹੈਗਾ ਉਹ ਕੌੜਾ ਹੁੰਦਾ ਹੈ। ਫਿਰ ਆਪਾਂ ਦੂਸਰਾ ਪੁਆਇੰਟ ਦੇਖਦੇ ਹਾਂ ਹੁਣ ਕਿ ਇਹ ਨੀਲੇ ਲਿਟਮਸ ਨੂੰ ਲਾਲ ਕਰ ਦਿੰਦੇ ਹਨ। ਤੇਜ਼ਾਬ ਜਿਹੜੇ ਹੈ ਉਹ ਨੀਲੇ ਲਿਟਮਸ ਨੂੰ ਲਾਲ ਕਰਦੇ ਹਨ ਤੇ ਖਾਰ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੇ ਹਨ। ਲਿਟਮਸ ਵਾਲੇ ਪ੍ਰਸ਼ਨ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਆਪਣੀ ਲੈਬੋਰਟਰੀ ਦੇ ਵਿੱਚ, ਸਾਇੰਸ ਲੈਬ ਦੇ ਵਿੱਚ 2 ਤਰ੍ਹਾਂ ਦੇ ਲਿਟਮਸ ਪੇਪਰ ਜਿਹੜੇ ਹੈਗੇ ਹੈ ਉਹ ਆਮ ਤੌਰ 'ਤੇ ਮੌਜੂਦ ਹੁੰਦੇ ਹੈ, ਇੱਕ ਲਾਲ ਲਿਟਮਸ, ਇੱਕ ਨੀਲਾ ਲਿਟਮਸ। ਤੇ ਜਦੋਂ ਵੀ ਆਪਾਂ ਤੇਜ਼ਾਬ ਤੇ ਖਾਰ ਨੂੰ ਟੈਸਟ ਕਰਨਾ ਹੈ, ਉਹਦੀ ਪਰਖ ਕਰਨੀ ਹੈ, ਤਾਂ ਉਹਦੇ ਲਈ ਆਪਾਂ ਦੋਨੋਂ ਤਰ੍ਹਾਂ ਦੇ ਜਿਹੜੇ ਕਾਗਜ਼ ਹੈਗੇ ਹੈ, ਲਾਲ ਲਿਟਮਸ ਤੇ ਨੀਲਾ ਲਿਟਮਸ, ਦੋਨੋਂ ਤਰ੍ਹਾਂ ਦੇ ਲਿਟਮਸ, ਇਸ ਨੂੰ ਆਪਾਂ ਦਿੱਤੇ ਗਏ ਘੋਲ ਦੇ ਵਿੱਚ ਪਾ ਕੇ ਦੇਖਣਾ ਹੈ। ਜਿਹੜਾ ਨੀਲਾ ਲਿਟਮਸ ਹੈਗਾ ਉਹਨੂੰ ਜਦੋਂ ਆਪਾਂ ਤੇਜ਼ਾਬ ਦੇ ਵਿੱਚ ਪਾਵਾਂਗੇ ਤਾਂ ਉਸ ਦਾ ਰੰਗ ਲਾਲ ਹੋ ਜਾਊਗਾ, ਤੇ ਜਦੋਂ ਲਾਲ ਲਿਟਮਸ ਨੂੰ ਖਾਰ ਦੇ ਵਿੱਚ ਪਾਵਾਂਗੇ ਤਾਂ ਉਸ ਦਾ ਰੰਗ ਨੀਲਾ ਹੋ ਜਾਊਗਾ। ਐਸਿਡਸ ਦੀ ਗੱਲ ਕਰੀਏ ਤਾਂ these turn blue litmus to red, these turn red litmus to blue। ਬੇਸ ਜਿਹੜੇ ਹੈ ਉਹ ਰੈਡ ਲਿਟਮਸ ਨੂੰ ਬਲੂ ਕਰ ਦਿੰਦੇ ਹੈ। ਤੀਸਰਾ ਪੁਆਇੰਟ ਹੈਗਾ ਇਹ ਛੂਹਣ ਤੇ ਸਾਬਣ ਵਰਗੇ ਨਹੀਂ ਜਾਪਦੇ। ਐਸਿਡ ਜਿਹੜੇ ਹੈ ਛੂਹਣ ਤੇ ਸਾਬਣ ਵਰਗੇ ਨਹੀਂ ਜਾਪਦੇ, ਤੇ ਖਾਰ ਜਿਹੜੇ ਹੈਗੇ ਆ ਇਹ ਛੂਹਣ ਤੇ ਸਾਬਣ ਵਰਗੇ ਜਾਪਦੇ ਹਨ। ਸਾਬਣ ਵਰਗੇ ਜਾਪਣ ਦਾ ਕੀ ਮਤਲਬ ਹੁੰਦਾ ਹੈ ਕਿ ਜਿਵੇਂ ਆਪਾਂ ਗਿੱਲੇ ਹੱਥਾਂ ਨਾਲ ਜਾਂ ਸਾਬਣ ਨੂੰ ਗਿੱਲਾ ਕਰਕੇ ਉਸ 'ਤੇ ਹੱਥ ਲਗਾਈਏ ਤਾਂ ਉਹ ਆਪਾਂ ਨੂੰ ਬਹੁਤ ਹੀ ਚਿਕਨਾ ਜਿਹਾ ਮਹਿਸੂਸ ਹੁੰਦਾ ਹੈ। ਤੇ ਇਹ ਜਿਹੜੇ ਖਾਰ ਹੈਗੇ ਆ, ਜੇ ਇਹਨਾਂ ਨੂੰ ਆਪਾਂ ਆਪਣੀਆਂ ਉਂਗਲਾਂ ਦੇ ਵਿੱਚ ਲੈ ਕੇ ਮਸਲ ਕੇ ਦੇਖੀਏ ਤਾਂ ਇਹ ਵੀ ਆਪਾਂ ਨੂੰ ਸਾਬਣ ਵਰਗੇ ਚਿਕਨੇ ਜਿਹੇ ਜਾਪਦੇ ਹਨ, ਪਰੰਤੂ ਤੇਜ਼ਾਬ ਇਸ ਤਰ੍ਹਾਂ ਦੇ ਨਹੀਂ ਜਾਪਦੇ। ਇੰਗਲਿਸ਼ 'ਚ ਜੇ ਦੇਖੀਏ, these are not soapy in touch, these are soapy in touch। ਇੱਥੇ ਥੋੜ੍ਹਾ ਜਿਹਾ ਗਲਤ ਪ੍ਰਿੰਟ ਹੋ ਗਿਆ, these are soapy in touch। ਇਹ ਸਾਬਣ ਵਰਗੇ ਜਾਪਦੇ ਹਨ। ਚੌਥਾ ਪੁਆਇੰਟ ਹੈਗਾ ਫਿਨੋਲਫੈਥਲੀਨ ਦੇ ਘੋਲ ਨੂੰ ਕੋਈ ਰੰਗ ਨਹੀਂ ਦਿੰਦੇ। ਜਿਹੜੇ ਤੇਜ਼ਾਬ ਹੈਗੇ ਹੈ, ਜੇ ਉਹਨਾਂ ਦੇ ਵਿੱਚ ਫਿਨੋਲਫੈਥਲੀਨ ਪਾਈਏ ਜਾਂ ਫਿਨੋਲਫੈਥਲੀਨ ਦੇ ਵਿੱਚ ਥੋੜ੍ਹਾ ਜਿਹਾ ਤੇਜ਼ਾਬ ਪਾਈਏ ਤਾਂ ਕੋਈ ਵੀ ਰੰਗ ਦੇ ਵਿੱਚ ਤਬਦੀਲੀ ਨਹੀਂ ਆਉਂਦੀ, ਪਰੰਤੂ ਜੇ ਫਿਨੋਲਫੈਥਲੀਨ ਦੇ ਘੋਲ ਵਿੱਚ ਖਾਰ ਪਾਈਏ ਤਾਂ ਉਸ ਦਾ ਰੰਗ ਗੁਲਾਬੀ ਹੋ ਜਾਂਦਾ ਹੈ। ਫਿਨੋਲਫੈਥਲੀਨ ਦੇ ਘੋਲ ਦਾ ਰੰਗ ਗੁਲਾਬੀ ਬਣਾ ਦਿੰਦੇ ਹਨ। ਤੇ ਜਿਹੜੇ ਐਸਿਡ ਹੈਗੇ ਆ, these do not change the color of phenolphthalein, these change the color of phenolphthalein to pink। ਫਿਨੋਲਫੈਥਲੀਨ ਜਿਹੜਾ ਆਪਾਂ ਹੁਣੇ ਉੱਪਰ ਜਿਹੜਾ ਸੂਚਕਾਂ ਦੇ ਵਿੱਚ ਪੜ੍ਹਿਆ ਸੀਗਾ ਕਿ ਇਹ ਇੱਕ ਸਿੰਥੈਟਿਕ ਇੰਡੀਕੇਟਰ ਹੈ, ਇੱਕ ਸੰਸ਼ਲਿਸ਼ਟ ਸੂਚਕ ਹੈ, ਇਹਨੂੰ ਆਪਾਂ ਯਾਦ ਰੱਖਣਾ ਹੈ। ਪੰਜਵਾਂ ਪੁਆਇੰਟ ਹੈਗਾ ਇਹ ਕੁਦਰਤੀ ਤੌਰ ਤੇ ਖੋਰਕ ਹੁੰਦੇ ਹਨ। ਜਿਹੜੇ ਤੇਜ਼ਾਬ ਹੈਗੇ ਹੈ ਇਹਨਾਂ ਦਾ ਸੁਭਾਅ ਜਿਹੜਾ ਹੈਗਾ ਉਹ ਖੋਰਨ ਵਾਲਾ ਹੁੰਦਾ ਹੈ। ਇਸੇ ਕਰਕੇ ਜੇ ਇਹ ਧਾਤ ਦੀਆਂ ਚੀਜ਼ਾਂ ਦੇ ਉੱਪਰ ਖਾਸ ਤੌਰ 'ਤੇ ਜੇ ਪੈ ਜਾਣ ਤਾਂ ਉਸ ਨੂੰ ਇਹ ਗਲਾ ਦਿੰਦੇ ਆ, ਉਸ ਨੂੰ ਇਹ ਖਰਾਬ ਕਰ ਦਿੰਦੇ ਹੈ। ਤਾਂ ਸਾਰੇ ਹੀ ਤੇਜ਼ਾਬ ਜਿਹੜੇ ਹੈਗੇ ਆ ਉਹਨਾਂ ਦਾ ਸੁਭਾਅ ਖੋਰਕ ਹੁੰਦਾ ਹੈ, ਉਹ ਖੋਰਦੇ ਹੈ ਚੀਜ਼ ਨੂੰ। ਪਰੰਤੂ ਜਿਹੜੇ ਖਾਰ ਹੈਗੇ ਹੈ ਇਹ ਸਾਰੇ ਖਾਰ ਖੋਰਕ ਨਹੀਂ ਹੁੰਦੇ। ਕੁਝ ਸ਼ਕਤੀਸ਼ਾਲੀ ਖਾਰਕ ਜਿਹੜੇ ਹੈਗੇ ਆ ਉਹ ਖੋਰਕ ਹੋ ਸਕਦੇ ਆ, ਪਰੰਤੂ ਸਾਰੇ ਖਾਰ ਜਿਹੜੇ ਹੈਗੇ ਆ ਉਹ ਖੋਰਕ ਨਹੀਂ ਹੁੰਦੇ। ਤਾਂ ਜਿਹੜੇ ਐਸਿਡ ਹੈਗੇ ਆ ਉਹਦੇ 'ਚ ਕੀ ਲਿਖਾਂਗੇ, these are corrosive in nature, ਤੇ ਖਾਰ ਵਾਲੇ ਪਾਸੇ ਲਿਖਾਂਗੇ all bases are not corrosive in nature। ਇਹ ਆਪਣਾ ਹੈਗਾ ਤੇਜ਼ਾਬ ਤੇ ਖਾਰ ਦਾ ਅੰਤਰ। ਇਸ ਨੂੰ ਆਪਾਂ ਧਿਆਨ ਨਾਲ ਕਰ ਲੈਣਾ ਹੈ, ਇਸ ਨੂੰ ਯਾਦ ਕਰ ਲੈਣਾ ਹੈ। ਇਹ ਤੁਹਾਨੂੰ ਅੱਗੇ ਵੱਡੀਆਂ ਜਮਾਤਾਂ ਦੇ ਵਿੱਚ ਵੀ ਕੰਮ ਆਏਗਾ। ਅਗਲਾ ਪ੍ਰਸ਼ਨ ਆਪਣਾ ਹੈਗਾ ਸਿਰਕਾ, ਇਮਲੀ, ਸਿਟਰਿਕ ਫਲਾਂ ਅਤੇ ਦਹੀਂ
ਵਿੱਚ ਜਿਹੜਾ ਤੇਜ਼ਾਬ ਮੌਜੂਦ ਹੁੰਦਾ ਹੈ ਉਸ ਦਾ ਆਪਾਂ ਨਾਮ ਲਿਖਣਾ ਹੈ। ਤਾਂ ਇਹਦੇ ਵਿੱਚ ਆਪਾਂ ਨੇਮ ਦਾ ਐਸਿਡ ਪ੍ਰੈਜ਼ੈਂਟ ਇਨ ਵਿਨੇਗਰ, ਟੈਮਰਿੰਡ, ਸਿਟਰਸ ਫਰੂਟਸ ਐਂਡ ਕਰਡ। ਇਹ ਜਿਹੜੇ ਪਦਾਰਥ ਹੈਗੇ ਆ ਇਹ ਸਾਰੇ ਹੀ ਤੇਜ਼ਾਬੀ ਪਦਾਰਥ ਹੈਗੇ ਆ। ਇਹਨਾਂ ਦੇ ਵਿੱਚ ਆਪਾਂ ਕਿਹੜੇ ਕਿਹੜੇ ਤੇਜ਼ਾਬ ਮੌਜੂਦ ਹੁੰਦੇ ਆ ਉਹ ਆਪਾਂ ਨੋਟ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਿਰਕਾ। ਸਿਰਕੇ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ? ਵਿਨੇਗਰ। ਇਹਦੇ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ? ਐਸਟਿਕ ਐਸਿਡ। ਫਿਰ ਆਪਾਂ ਗੱਲ ਕਰਦੇ ਹਾਂ ਇਮਲੀ ਦੀ। ਇਮਲੀ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆ? ਟੈਮਾਰਿੰਡ। ਇਹਦੇ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ? ਟਾਰਟੈਰਿਕ ਐਸਿਡ। ਸਿਟਰਸ ਫਲ, ਸਿਟਰਸ ਫਰੂਟਸ, ਇਹਦੀ ਆਪਾਂ ਉਦਾਹਰਨ ਕਰ ਚੁੱਕੇ ਹਾਂ। ਨਿੰਬੂ ਹੈ, ਸੰਤਰਾ ਹੈ, ਇਹ ਸਿਟਰਸ ਫਰੂਟ ਹੈਗੇ ਆ। ਇਹਦੇ ਵਿੱਚ ਕਿਹੜਾ ਐਸਿਡ ਹੁੰਦਾ ਹੈ? ਸਿਟਰਿਕ ਐਸਿਡ। ਫਿਰ ਹੈਗਾ ਦਹੀਂ, ਇੰਗਲਿਸ਼ 'ਚ ਕੀ ਕਹਿੰਦੇ ਆ? ਕਰਡ। ਦਹੀਂ ਜਿਹੜਾ ਹੈਗਾ ਇਹਦੇ ਵਿੱਚ ਵੀ ਐਸਿਡ ਮੌਜੂਦ ਹੁੰਦਾ ਹੈ। ਐਸਿਡ ਦਾ ਨਾਮ ਹੈ ਲੈਕਟਿਕ ਐਸਿਡ। ਤਾਂ ਇਹ ਪਦਾਰਥ ਹੈਗੇ ਆ ਜਿਨ੍ਹਾਂ ਦੇ ਵਿੱਚ ਤੇਜ਼ਾਬ ਹੁੰਦੇ ਆ, ਤੇਜ਼ਾਬਾਂ ਦੇ ਨਾਮ ਹੈ। ਇਸ ਤੋਂ ਬਾਅਦ ਆਪਾਂ ਆਪਣਾ ਆਖਰੀ ਪ੍ਰਸ਼ਨ ਦੇਖਦੇ ਹਾਂ। ਪ੍ਰਸ਼ਨ 'ਚ ਹੈਗਾ ਕਿ ਤੁਹਾਨੂੰ 3 ਵੱਖ-ਵੱਖ ਬੋਤਲਾਂ ਵਿੱਚ ਹਾਈਡਰੋਕਲੋਰਿਕ ਐਸਿਡ, ਸੋਡੀਅਮ ਹਾਈਡਰੋਕਸਾਈਡ ਅਤੇ ਪਾਣੀ ਦਿੱਤਾ ਗਿਆ ਹੈ। ਤੁਸੀਂ ਕਿਵੇਂ ਪਰਖ ਕਰੋਗੇ ਕਿ ਕਿਹੜੀ ਬੋਤਲ ਵਿੱਚ ਕਿਹੜਾ ਯੌਗਿਕ ਹੈ? ਹੁਣ ਜੇ ਆਪਾਂ ਨੂੰ 3 ਬੋਤਲਾਂ ਦੇ ਵਿੱਚ 3 ਚੀਜ਼ਾਂ ਪਾ ਕੇ ਉਹਨਾਂ ਨੇ ਦੇਤੀਆਂ, ਆਪਾਂ ਨੂੰ ਨਹੀਂ ਪਤਾ ਕਿ ਕਿਹੜੀ ਬੋਤਲ ਦੇ ਵਿੱਚ ਹਾਈਡਰੋਕਲੋਰਿਕ ਐਸਿਡ ਹੈ, ਕਿਹੜੀ ਬੋਤਲ ਦੇ ਵਿੱਚ ਸੋਡੀਅਮ ਹਾਈਡਰੋਕਸਾਈਡ ਹੈ ਤੇ ਕਿਹੜੀ ਬੋਤਲ 'ਚ ਪਾਣੀ ਹੈ। ਤਿੰਨੇ ਘੋਲ ਜਿਹੜੇ ਹੈਗੇ ਆ ਉਹ ਦੇਖਣ ਦੇ ਵਿੱਚ ਇੱਕੋ ਜਿਹੇ ਹੀ ਨਜ਼ਰ ਆਉਂਦੇ ਆ, ਪਰ ਆਪਾਂ ਇਹਦੀ ਪਰਖ ਕਿਵੇਂ ਕਰਾਂਗੇ? ਤਾਂ ਇਸ ਦੀ ਪਰਖ ਅਸੀਂ ਕੁਦਰਤੀ ਸੂਚਕ ਹਲਦੀ ਨਾਲ ਕਰਾਂਗੇ। ਧਿਆਨ ਨਾਲ ਸੁਣੋ। ਹਲਦੀ ਦੇ ਪੇਸਟ ਨਾਲ ਹਲਦੀ ਪੇਪਰ ਦੀਆਂ ਪੱਟੀਆਂ ਬਣਾਈਆਂ ਜਾਂਦੀਆਂ ਹਨ। ਹਲਦੀ ਖਾਰ ਨਾਲ ਕਿਰਿਆ ਕਰਕੇ ਲਾਲ ਰੰਗ ਦਿੰਦੀ ਹੈ, ਪਰੰਤੂ ਤੇਜ਼ਾਬੀ ਅਤੇ ਉਦਾਸੀਨ ਘੋਲ ਦਾ ਇਸ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਇਸ ਲਈ ਤਿੰਨਾਂ ਘੋਲਾਂ ਦੀਆਂ ਕੁਝ ਬੂੰਦਾਂ ਹਲਦੀ ਪੇਪਰ ਤੇ ਪਾਉਣ ਤੇ ਜੋ ਘੋਲ ਲਾਲ ਰੰਗ ਦਿੰਦਾ ਹੈ ਉਹ ਖਾਰ ਹੈ। ਹੁਣ ਬਾਕੀ ਬਚੇ 2 ਘੋਲਾਂ ਵਿੱਚੋਂ ਇੱਕ ਘੋਲ ਦੀਆਂ ਕੁਝ ਬੂੰਦਾਂ ਖਾਰ ਦੁਆਰਾ ਬਣਾਏ ਲਾਲ ਰੰਗ ਉੱਤੇ ਪਾਉਣ ਤੇ ਜੇ ਲਾਲ ਰੰਗ ਵਾਪਸ ਪੀਲੇ ਰੰਗ ਵਿੱਚ ਬਦਲ ਜਾਂਦਾ ਹੈ ਤਾਂ ਉਹ ਤੇਜ਼ਾਬ ਹੈ, ਨਹੀਂ ਤਾਂ ਪਾਣੀ। ਤਾਂ ਇਹ ਮੈਂ ਤੁਹਾਨੂੰ ਇਸੇ ਲਈ ਪਹਿਲਾਂ ਜਦੋਂ ਆਪਾਂ ਉਦਾਹਰਨ ਕੀਤੀ ਸੀਗੀ ਉਦਾਸੀਨੀਕਰਨ ਕਿਰਿਆ ਦੀ, ਤਾਂ ਉਹਦੇ ਵਿੱਚ ਤੁਹਾਨੂੰ ਮੈਂ ਹਲਦੀ ਦੀ ਉਦਾਹਰਨ ਵੀ ਸਮਝਾਈ ਸੀ ਕਿ ਆਪਾਂ ਇਹ ਪ੍ਰਯੋਗ ਘਰੇ ਕਰਕੇ ਦੇਖ ਸਕਦੇ ਹਾਂ। ਉਸੇ ਹਲਦੀ ਨੂੰ, ਕਿਉਂਕਿ ਹਲਦੀ ਇੱਕ ਕੁਦਰਤੀ ਸੂਚਕ ਹੈ, ਇਹ ਵੀ ਆਪਾਂ ਸੂਚਕਾਂ ਦੇ ਵਿੱਚ ਪੜ੍ਹਿਆ ਹੈ ਹਲਦੀ ਦਾ ਨਾਮ, ਇਸ ਦੀ ਵਰਤੋਂ ਕਰਕੇ ਆਪਾਂ ਆਸਾਨੀ ਨਾਲ ਤਿੰਨੇ ਬੋਤਲਾਂ ਦੇ ਵਿੱਚ ਪਏ ਹੋਏ ਘੋਲ ਦੀ ਪਰਖ ਕਰ ਸਕਦੇ ਹਾਂ। ਆਪਾਂ ਜਾਣਦੇ ਹਾਂ ਕਿ ਆਪਾਂ ਪਹਿਲਾਂ ਵੀ ਇਸ ਬਾਰੇ ਗੱਲ ਕਰ ਲਈ ਹੈ ਕਿ ਹਲਦੀ ਦਾ ਪੇਸਟ ਜਿਹੜਾ ਹੈਗਾ, ਇੱਕ ਤਾਂ ਉਹਦੇ ਨਾਲ ਆਪਾਂ ਹਲਦੀ ਪੇਪਰ ਤਿਆਰ ਕਰ ਲੈਣਾ ਹੈ। ਹਲਦੀ ਦਾ ਪੇਸਟ ਪਾਣੀ ਦੇ ਵਿੱਚ ਥੋੜ੍ਹੀ ਜਿਹੀ ਹਲਦੀ ਅਤੇ ਪਾਣੀ ਨੂੰ ਥੋੜ੍ਹਾ ਜਿਹਾ ਮਿਕਸ ਕਰਕੇ ਇੱਕ ਪੇਸਟ ਤਿਆਰ ਕਰ ਲੈਣਾ ਹੈ। ਉਸ ਪੇਸਟ ਨੂੰ, ਗਾੜੇ ਪੇਸਟ ਨੂੰ ਇੱਕ ਕਾਗਜ਼ ਦੇ ਉੱਪਰ ਲਗਾ ਕੇ ਸੁਕਾ ਲੈਣਾ ਹੈ। ਇਸ ਤਰ੍ਹਾਂ ਆਪਣਾ ਹਲਦੀ ਦਾ ਜਿਹੜਾ ਪੇਪਰ ਹੈਗਾ, ਹਲਦੀ ਪੇਪਰ, ਉਹ ਤਿਆਰ ਹੋ ਜਾਊਗਾ। ਉਸ ਦੀਆਂ ਆਪਾਂ ਪੱਟੀਆਂ ਕੱਟ ਕੇ ਰੱਖ ਲੈਣੀਆਂ, ਜਿਨ੍ਹਾਂ ਨੂੰ ਆਪਾਂ ਲੋੜ ਅਨੁਸਾਰ ਵਰਤ ਲਵਾਂਗੇ। ਹੁਣ ਆਪਾਂ ਨੂੰ ਇਹ ਪਤਾ ਹੈ ਕਿ ਹਲਦੀ ਜਿਹੜੀ ਹੈ ਉਹ ਖਾਰ ਨਾਲ ਕਿਰਿਆ ਕਰਕੇ ਲਾਲ ਰੰਗ ਦਿੰਦੀ ਹੈ। ਆਪਾਂ ਤਿੰਨੇ ਘੋਲਾਂ ਦੇ ਵਿੱਚੋਂ ਕੁਝ ਬੂੰਦਾਂ ਹਲਦੀ ਪੇਪਰ ਦੇ ਉੱਪਰ ਪਾਵਾਂਗੇ। ਉਹਨਾਂ ਤਿੰਨਾਂ ਘੋਲਾਂ ਦੇ ਵਿੱਚੋਂ ਜਿਹੜਾ ਕਿ ਸੋਡੀਅਮ ਹਾਈਡਰੋਕਸਾਈਡ ਹੈ, ਆਪਾਂ ਨੂੰ ਪਤਾ ਹੈ ਕਿ ਉਹ ਇੱਕ ਖਾਰ ਹੈ। ਤਾਂ ਸੋਡੀਅਮ ਹਾਈਡਰੋਕਸਾਈਡ ਜਦੋਂ ਆਪਾਂ ਪੱਟੀ ਦੇ ਉੱਤੇ ਪਾਵਾਂਗੇ ਤਾਂ ਹਲਦੀ ਦਾ ਰੰਗ ਲਾਲ ਹੋ ਜਾਊਗਾ, ਜਿਸ ਤੋਂ ਆਪਾਂ ਨੂੰ ਸੋਡੀਅਮ ਹਾਈਡਰੋਕਸਾਈਡ ਜੋ ਕਿ ਖਾਰ ਹੈ ਉਸ ਦੀ ਪਰਖ ਹੋ ਜਾਊਗੀ। ਫਿਰ ਆਪਾਂ ਬਾਕੀ ਜਿਹੜੇ 2 ਘੋਲ ਬਚੇ ਹੈ ਉਹਨਾਂ ਦੇ ਵਿੱਚ ਇੱਕ ਤੇਜ਼ਾਬ ਹੈ ਹਾਈਡਰੋਕਲੋਰਿਕ ਐਸਿਡ ਤੇ ਇੱਕ ਪਾਣੀ ਹੈ। ਆਪਾਂ ਨੂੰ ਪਤਾ ਹੈ ਕਿ ਤੇਜ਼ਾਬ ਜਿਹੜਾ ਹੈਗਾ ਉਹ ਖਾਰ ਨੂੰ ਉਦਾਸੀਨ ਕਰੂਗਾ, ਯਾਨੀ ਕਿ ਖਾਰ ਦੁਆਰਾ ਬਣਾਏ ਗਏ ਲਾਲ ਰੰਗ ਨੂੰ ਵਾਪਸ ਪੀਲੇ 'ਚ ਬਦਲ ਦੂਗਾ, ਪਰੰਤੂ ਜਿਹੜਾ ਪਾਣੀ ਹੈ ਜੋ ਕਿ ਉਦਾਸੀਨ ਹੈ, ਉਸ ਦਾ ਖਾਰ ਦੇ ਉੱਪਰ ਕੋਈ, ਉਸ ਦਾ
ਹਲਦੀ ਦੇ ਉੱਪਰ ਕੋਈ ਪ੍ਰਭਾਵ ਨਹੀਂ ਪਊਗਾ। ਤਾਂ ਇਸ ਲਈ ਜਦੋਂ ਆਪਾਂ ਬਾਕੀ ਬਚੇ ਘੋਲਾਂ ਵਿੱਚੋਂ ਕੁਝ ਬੂੰਦਾਂ ਜਿਹੜੀਆਂ ਹੈਗੀਆਂ ਉਸ ਲਾਲ ਰੰਗ ਦੇ ਉੱਤੇ, ਉਹਨਾਂ ਲਾਲ ਧੱਬਿਆਂ ਦੇ ਉੱਤੇ ਪਾਵਾਂਗੇ ਕਿਸੇ ਇੱਕ ਘੋਲ ਦੀਆਂ, ਤਾਂ ਜੇਕਰ ਉਹ ਲਾਲ ਰੰਗ ਵਾਪਸ ਪੀਲੇ 'ਚ ਬਦਲ ਜਾਂਦਾ ਹੈ ਤਾਂ ਇਹਦਾ ਮਤਲਬ ਕਿ ਉਹ ਘੋਲ ਜਿਹੜਾ ਹੈਗਾ ਉਹ ਤੇਜ਼ਾਬੀ ਹੈ, ਉਹ ਹਾਈਡਰੋਕਲੋਰਿਕ ਐਸਿਡ ਹੈ। ਜੇਕਰ ਉਹ ਨਹੀਂ ਬਦਲਦਾ ਤਾਂ ਉਹ ਪਾਣੀ ਹੈ। ਤਾਂ ਇਸ ਤਰ੍ਹਾਂ ਆਪਾਂ ਆਸਾਨੀ ਨਾਲ ਇਸ ਦੀ ਪਰਖ ਕਰ ਸਕਦੇ ਹਾਂ। ਤਾਂ ਇਸ ਦੇ ਨਾਲ ਹੀ ਜਿਹੜਾ ਹੈਗਾ ਆਪਣੇ ਅਭਿਆਸ ਦੇ ਪ੍ਰਸ਼ਨ ਉੱਤਰ ਜਿਹੜੇ ਹੈਗੇ ਆ ਉਹ ਖਤਮ ਹੁੰਦੇ ਆ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਰੇ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਇਹਨਾਂ ਪ੍ਰਸ਼ਨਾਂ ਨੂੰ ਆਪਣੀ ਕਾਪੀ ਦੇ ਉੱਪਰ ਲਿਖ ਲੈਣਾ ਹੈ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ। ਥੈਂਕ ਯੂ। ਸਟੇ ਸੇਫ, ਸਟੇ